अस्सलाम वालेकुम दोस्तों, क्या हाल चाल ने? ठीक हो? मेरा ਵੀਰ ਗੱਲ ਤੁਹਾਨੂੰ ਮੇਰੀ ਚੰਗੀ ਨਹੀਂ ਲੱਗਦੀ ਕਿਉਂਕਿ ਹਮੇਸ਼ਾ ਹੱਕ ਦੀ ਕੀਤੀ ਹੈ ਔਰ ਹੱਕ ਦੀ ਗੱਲ ਕਦੇ ਕਿਸੇ ਨੂੰ ਚੰਗੀ ਲੱਗੀ ਹੀ ਨਹੀਂ। ਚੰਗੀ ਤਾਂ ਉਸ ਇਨਸਾਨ ਨੂੰ ਲੱਗ ਸਕਦੀ ਹੈ ਕਿ ਜੋ ਈਮਾਨ ਵਾਲਾ ਹੋਵੇ, ਜਿਹਦੇ ਵਿੱਚ ਈਮਾਨ ਦੀ ਰੱਤੀ ਹੋਵੇ। ਦੂਸਰੇ ਇਨਸਾਨ ਨੂੰ ਚੰਗੀ ਨਹੀਂ ਲੱਗ ਸਕਦੀ। ਉਹ ਵਜ੍ਹਾ ਇਹ ਹੈਗੀ ਹੈ ਕਿ ਮੈਂ ਜਦੋਂ ਹੀ ਗੱਲ ਕੀਤੀ ਅੱਲਾਹ ਦੇ ਪਾਕ ਕਲਾਮ ਦੀ ਗੱਲ ਕੀਤੀ ਹੈ, ਅੱਲਾਹ ਦੇ ਕੁਰਾਨ ਦੀ ਗੱਲ ਕੀਤੀ ਹੈ। ਜਿਹੜਾ ਇਨਸਾਨ ਅੱਲਾਹ ਦੇ ਕੁਰਾਨ ਨਾਲ ਮੁਹੱਬਤ ਕਰਦਾ ਹੈ, ਅੱਲਾਹ ਦੇ ਕੁਰਾਨ ਦੀ ਇੱਕ ਇੱਕ ਐਤ ਨਾਲ ਮੁਹੱਬਤ ਰੱਖਦਾ ਹੈ ਔਰ ਯਕੀਨ ਰੱਖਦਾ ਹੈ, ਉਹ ਨਬੀ ਨਾਲ ਮੁਹੱਬਤ ਕਰ ਸਕਦਾ ਹੈ। ਉਹ ਹੀ ਸੱਚਾ ਆਸ਼ਿਕ ਰਸੂਲ ਹੋ ਸਕਦਾ ਹੈ ਮੇਰੇ ਹਿਸਾਬ ਵਿੱਚ, ਹੋਰ ਕੋਈ ਨਹੀਂ ਹੋ ਸਕਦਾ। ਕਿਉਂਕਿ ਕੁਰਾਨ ਨਬੀ ਤੇ ਉਤਰਿਆ ਤੇ ਨਬੀ ਨੇ ਅਗਾਂ ਖੋਲ ਖੋਲ ਤੇ ਦੱਸਿਆ। ਅੱਲਾਹ ਤਾਲਾ ਦਾ ਪਾਕ ਕਲਾਮ ਅੱਗੇ ਸਹਾਬਾ ਨੂੰ ਦੱਸਿਆ, ਅਗਾ ਤਾਬੀਨ ਨੂੰ ਦੱਸਿਆ। ਠੀਕ ਹੈ, ਉਹ ਆਸ਼ਿਕ ਰਸੂਲ ਹੋ ਸਕਦਾ ਹੈ। ਉਹ ਆਸ਼ਿਕ ਰਸੂਲ ਕਦੇ ਨਹੀਂ ਹੋ ਸਕਦਾ ਜਿਹੜਾ ਜ਼ਬਾਨ ਨਾਲ ਆਖਦਾ ਹੈ ਕਿ ਮੈਂ ਆਸ਼ਿਕ ਰਸੂਲ ਹੂँ, मैं ही हूँ, मैं ही हूँ। नहीं, वो कभी भी हो नहीं सकता। वो इस तरीके नहीं हो सकता कि जेड़ा इंसान अल्लाह दा कलाम है, उनदी आयतां न, ठीक, उनके खिलाफ हदीसां बयान कर देंदे न, हदीसां लिखी हुई बयान करते हैं और उनदे ते वो जी जी अगू करते हैं। ठीक है, सुभान अल्लाह आखदे न। ਜਿਹੜੇ ਕੰਮਾਂ ਤੋਂ ਅੱਲਾਹ ਤਾਲਾ ਨੇ ਕੁਰਾਨ ਵਿੱਚ ਜਿਹੜੇ ਕੰਮਾਂ ਤੋਂ ਰੋਕਿਆ ਹੈ, ठीक है, अल्लाह ने फरमाया कि जो कब्रों में आप उनको सुना नहीं सकते। ठीक है, और ये जेह्ड़े अकीदा रखते हैं कि वो सुनते हैं, वेखदे हैं, सारा कुछ करते हैं, वो आशिक रसूल नहीं हो सकते। क्योंकि आशिक रसूल वो इंसान हो सकता है कि जेह्ड़ा कुरान नाल मुहब्बत करता है, दूजा नहीं। ठीक है, वो इस तरीके नहीं हो सकते। और जेह्ड़ा अल्लाह दी कुरान दी एक एक ऐत नाल मुहब्बत रखदा और एक एक ऐत ते यकीन रखदा है, ठीक है, और कुरान की मुखालफत नहीं करता, वो आशिक रसूल है, दूजा नहीं। भावें जो मर्जी करते फिरो, ठीक है, क्यामत वाले दिन पकड़ा तो जाना ही है। किन्नी कु देर बजोगे, किन्नी देर? आखिर एक ना एक दिन इस जिंदगी ने मौत का ज़ायका चखना ही चखना है। अगर तुहाडे इन्नी हिम्मत है तुहाडे च ते आ जिंदगी मौत तो ही बाज ते विखा दो। ठीक है, और जेह्ड़े लोग कहंदे कि असीं इमाम हुसैन दे नाल मुहब्बत रखने, ਉਹ ਲੋਕ ਜਿਹੜੇ ਇਮਾਮ ਹੁਸੈਨ ਨਾਲ ਮੁਹੱਬਤ ਰੱਖਦੇ ਨੇ, ਉਹ ਕੁਰਾਨ ਦੀ ਇੱਕ ਇੱਕ ਐਤ ਨਾਲ ਮੁਹੱਬਤ ਰੱਖਦੇ ਨੇ। ਪਹਿਲੇ ਅੱਲਾ ਦੇ ਫਰਮਾਨ ਨਾਲ ਮੁਹੱਬਤ ਰੱਖਦੇ ਨੇ, ਫਿਰ ਹੁਸੈਨ ਨਾਲ ਮੁਹੱਬਤ ਕਰ ਸਕਦੇ ਨੇ, ਵਰਨਾ ਨਹੀਂ। ਮਗਰ ਜ਼ਬਾਨ ਵਾਲੇ ਤਾਂ ਬੜੇ ਹਜ਼ਾਰਾਂ ਕਰੋੜਾਂ ਨੇ ਜ਼ਬਾਨ ਨਾਲ ਆਖਣ ਵਾਲੇ, ਤੇ ਜ਼ਬਾਨ ਨਾਲ ਆਖਣ ਨਾਲ ਮੁਹੱਬਤ ਨਹੀਂ ਹੋ ਜਾਂਦੀ। ਮੁਹੱਬਤ ਉਦੋਂ ਹੁੰਦੀ ਜਦੋਂ ਅੱਲਾ ਦੇ ਫਰਮਾਨ ਨਾਲ ਮੁਹੱਬਤ ਹੋਵੇ, ਅਗਾਂ ਨਬੀ ਨਾਲ ਮੁਹੱਬਤ ਹੋਵੇ, ਅਗਾਂ ਸਹਾਬਾ ਨਾਲ ਮੁਹੱਬਤ ਹੋਵੇ, ਅਗਾਂ ਤਾਬੀਨ ਨਾਲ ਮੁਹੱਬਤ ਹੋਵੇ, ਜਿਹੜੇ ਅੱਲਾ ਦੇ ਰਸਤੇ 'ਤੇ ਚੱਲਦੇ ਰਹੇ, ਉਹਨਾਂ ਨਾਲ ਮੁਹੱਬਤ ਹੋਵੇ। ਠੀਕ ਹੈ, ਜਿਹੜੇ ਇਮਾਮ ਮਹਿੰਦੀ ਕਹਿੰਦੇ ਨੇ ਅਸੀਂ ਇਮਾਮ ਮਹਿੰਦੀ अलैहिस्सलाम ਦੇ ਨਾਲ ਗਰੋਹ ਬਣ ਕੇ ਖੜੇ ਹੋਵਾਂਗੇ। ਜਦੋਂ ਇਮਾਮ ਮਹਿੰਦੀ अलैहिस्सलाम ਵੀ ਕੁਰਾਨ ਦੀਆਂ ਆਇਤਾਂ ਦੇ ਨਾਲ ਖੜੇ ਹੋਣਗੇ ਤਾਂ ਤੁਹਾਡੇ ਤਾਂ ਰਸਤੇ ਹੀ ਹੋ ਰਹੇ ਨੇ, ਤੁਹਾਡੇ ਤਾਂ ਅਕੀਦੇ ਹੀ ਹੋ ਰਹੇ ਨੇ। ਠੀਕ ਹੈ, ਤੁਸੀਂ ਆਪਣੇ ਅਕੀਦਿਆਂ ਨੂੰ ਕਿਸ ਤਰੀਕੇ ਠੀਕ ਕਰੋਗੇ? ਕਿਸ ਤਰੀਕੇ ਤੁਹਾਨੂੰ ਪਤਾ ਚੱਲੇਗਾ ਕਿ ਉਹ ਇਮਾਮ ਹੁਸੈਨ ਹੈ, ਕਿ ਇਮਾਮ ਮਹਿੰਦੀ अलैहिस्सलाम है? ਕਿਸ ਤਰੀਕੇ ਉਹਨਾਂ ਨਾਲ ਖੜੇ ਹੋਵੋਗੇ ਜਦੋਂ ਉਹ ਕੁਰਾਨ ਦੀ ਆਇਤਾਂ ਦੇ ਨਾਲ ਖੜੇ ਹੋਣਗੇ? ਤਾਂ ਕੋਈ ਸ਼ਰਮ ਕਰੋ, ਕੋਈ ਹਯਾ ਕਰੋ, ਕੋਈ ਆਪਣੇ ਗਿਰੇਬਾਨ ਅੰਦਰ ਝਾਂਕ ਤੇ ਵੇਖੋ ਕਿ ਅਸੀਂ ਕਿੱਧਰ ਜਾਂਦੇ ਪਏ, ਸਾਡਾ ਰਸਤਾ ਕੀ ਸੀ, ਅਸੀਂ ਕਿੱਧਰ ਮੁੜ ਗਏ, ਅਸੀਂ ਫਿਰਕਿਆਂ ਹੀ ਵੱਟ ਗਏ। ਇਹ ਮੇਰਾ ਵੀਰ ਵੇਖਣਾ ਪੈਣਾ ਹੈ, ਵਰਨਾ ਗੁੰਮਰਾਹ ਹੋ ਜਾਓਗੇ। ਹੋਏ ਤਾਂ ਪੈ ਜੇ, ਕੋਈ ਕਸਰ ਹੈ? ਠੀਕ ਹੈ, ਇੱਥੇ ਤਾਂ ਗੌਸੀਆ ਨਮਾਜ਼ਾਂ ਵੀ ਪੜ੍ਹੀਆਂ ਜਾ ਰਹੀਆਂ ਨੇ। ਠੀਕ ਹੈ, ਅੱਲਾ ਦੇ ਸ਼ਰੀਕ ਠਹਿਰਾਉਣ ਵਿੱਚ ਕੋਈ ਕਸਰ ਹੀ ਨਹੀਂ ਛੱਡੀ ਜਾਂਦੀ ਪਈ। ਯਾਰ ਕਲਮਾ ਪੜ੍ਹਨ ਵਾਲੇ ਲੋਕ ਅੱਲਾ ਦੇ ਸ਼ਰੀਕ ਠਹਿਰਾਉਂਦੇ ਨੇ। ਤੁਹਾਨੂੰ ਇਹ ਕਿੱਥੋਂ ਦਰਸ ਮਿਲਿਆ ਹੈ, ਕਿੱਥੋਂ ਤਲੀਮ ਮਿਲੀ ਹੈ ਕਿ ਜਨਾਬ ਤੁਸੀਂ ਗੈਰ ਅੱਲਾ ਕੋਲ ਮੰਗੋ?
ਕਿੱਥੋਂ ਤਲੀਮ ਲਿਆਂਦੀ ਤੁਸੀਂ? ਪੜ੍ਹ ਤੇ ਆਲਮ ਫਾਜ਼ਿਲ ਬਣ ਗਏ ਜੀ, ਬੜੇ ਬੜੇ ਮੁਫਤੀ ਬਣ ਗਏ ਜੀ, ਮੁੱਲਾ ਬਣ ਗਏ ਜੀ, ਬੜੇ ਬੜੇ ਕੁਛ ਬਣ ਗਏ ਜੀ, ਲੇਕਿਨ ਕੀ ਹਾਸਲ ਕੀਤਾ? ਕੁਛ ਵੀ ਨਹੀਂ। ਠੀਕ ਹੈ, ਗੁੰਮਰਾਹੀ ਹਾਸਲ ਕੀਤੀ। ਆਦਾ ਆਪਣੇ ਆਪ ਨੂੰ ਠੀਕ ਕਰੋ ਮੇਰਾ ਵੀਰ, ਤੇ ਮੇਰੀ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕੀਤਾ ਕਰੋ, ਤਾਂ ਕਿ ਹਰ ਬੰਦੇ ਤੱਕ ਪਹੁੰਚ ਕੀ ਕਰੇ। ਜ਼ਿੰਦਗੀ ਉਹ ਹੈ ਜਿਹੜੀ ਗੁਜ਼ਰ ਜਾਣੀ, ਭਾਵੇਂ ਜਿਸ ਤਰੀਕੇ ਮਰਜ਼ੀ ਗੁਜ਼ਰੇ। ਠੀਕ ਹੈ, ਭਾਵੇਂ ਤੁਸੀਂ ਅੱਲਾ ਦੀ ਰਾਹ ਵਿੱਚ ਗੁਜ਼ਾਰ ਲਓ ਤੇ ਭਾਵੇਂ ਜਨਾਬ ਸ਼ੈਤਾਨ ਦੇ ਰਾਹ ਵਿੱਚ ਗੁਜ਼ਾਰ ਲਓ, ਇਹ ਤੁਹਾਡੇ ਤੇ ਡਿਪੈਂਡ ਕੀਤਾ ਹੋਇਆ। ਠੀਕ ਹੈ, ਕਿਆਮਤ ਵਾਲੇ ਦਿਨ ਅੱਲਾ ਦੇ ਸਾਹਮਣੇ ਉਠਾਇਆ ਜਾਣਾ। ਤੁਹਾਨੂੰ ਸ਼ਾਇਦ ਈਮਾਨ ਹੋਵੇ ਕਿ ਨਾ ਹੋਵੇ, ਮੈਨੂੰ ਯਕੀਨ ਹੈ, ਮੈਨੂੰ ਭਰੋਸਾ ਹੈ ਕਿ ਮੈਂ ਕਿਆਮਤ ਵਾਲੇ ਦਿਨ ਅੱਲਾਹ ਤਾਲਾ ਦੇ ਸਾਹਮਣੇ ਉਠਾਇਆ ਜਾਣਾ। ਉੱਥੇ ਸਭ ਕੁਝ ਆਪਣੇ ਆਪਣੇ ਅਮਾਲ ਅੱਗੇ ਆਉਣਗੇ। ਠੀਕ ਹੈ, ਜੇ ਅਗਰ ਉੱਥੇ ਹੀ ਆਪਾਂ ਸ਼ਿਰਕ ਕੀਤਾ ਹੋਇਆ ਤਾਂ ਉੱਥੇ ਆਪਣੇ ਅੱਗੇ ਕੀ ਆ, ਇੱਥੇ ਆਏਗਾ? ਕੁਛ ਆਏਗਾ? ਦੱਸੋ। ਠੀਕ ਹੈ ਮੇਰਾ ਵੀਰ, ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਕੁਰਾਨ ਦੀਆਂ ਆਇਤਾਂ ਦੇ ਖਿਲਾਫ ਕਦੀ ਵੀ ਨਹੀਂ ਗਏ। ਠੀਕ ਹੈ, ਔਰ ਨਾ ਹੀ ਉਹ ਜਾ ਸਕਦੇ ਨੇ। ਤੇ ਜਿਹੜੀਆਂ ਹਦੀਸਾਂ ਨਬੀ ਦਾ ਨਾਂ ਲੈ ਤੇ ਹਦੀਸਾਂ ਜਨਾਬ ਗਲਤ ਇਖਤਿਆਰ ਕੀਤੀਆਂ ਗਈਆਂ, ਉਹਨਾਂ ਦਾ ਕੀ ਕਰਾਂਗੇ? ਠੀਕ ਹੈ ਮੇਰਾ ਵੀਰ ਬੱਚੋ, ਪਹਿਲੇ ਇਹ ਵੇਖੋ ਕਿ ਅੱਲਾ ਦਾ ਕੁਰਾਨ ਕੀ ਫਰਮਾਉਂਦਾ ਪਿਆ, ਫਿਰ ਵੇਖੋ ਹਦੀਸਾਂ ਬਣੇ ਕਿ ਹਦੀਸਾਂ ਕਿਉਂ ਕੁਰਾਨ ਦੇ ਖਿਲਾਫ ਆਉਂਦੀਆਂ ਪਈਆਂ। ਜਦੋਂ ਹਦੀਸਾਂ ਕੁਰਾਨ ਦੇ ਖਿਲਾਫ ਆਉਂਦੀਆਂ ਪਈਆਂ, ਫਿਰ ਸਮਝ ਜਾਓ ਕਿ ਇਹ ਦੀ ਇਸਲਾਮ ਵਿੱਚ ਮਿਲਾਵਟ ਕੀਤੀ ਗਈ ਹੈ। ਨਹੀਂ ਸਮਝ ਆਏਗੀ। ਮੈਨੂੰ ਲੱਗਦਾ ਹੈ ਕਿ ਤੁਹਾਨੂੰ ਮੇਰੀ ਗੱਲ ਨਹੀਂ ਸਮਝ ਆਉਂਦੀ ਪਈ। ਮੈਂ ਕਹਿੰਦਾ ਗੌਰ ਕਰੋ, ਆਪਣੇ ਅੰਦਰ ਝਾਂਕੋ। ਠੀਕ ਹੈ, ਆਪਣੇ ਆਪ ਨੂੰ ਫਰੋਲੋ ਕਿ ਅਸੀਂ ਕੌਣ ਹੈ, ਫਿਰ ਸਮਝ ਆਏਗੀ। ਫਿਰ ਅੱਲਾ ਦਾ ਕੁਰਾਨ ਤੁਹਾਨੂੰ ਸਮਝ ਆਏਗਾ। ਅੱਲਾਹ ਤਾਲਾ ਨੇ ਕੁਰਾਨ ਦਾ ਆਸਾਨ ਕਰ ਦਿੱਤਾ ਹੈ। ਠੀਕ ਹੈ, ਗੱਲ ਨੂੰ ਸਮਝਿਆ ਕਰੋ ਤੇ ਅੱਲਾ ਦੇ ਖਿਲਾਫ ਕਿਸੇ ਨੂੰ ਸ਼ਰੀਕ ਨਾ ਠਹਿਰਾਓ, ਔਰ ਅੱਲਾ ਤੋਂ ਡਰਦੇ ਰਹੋ। ਅੱਲਾ ਇੱਕ, ਉਹਦਾ ਕੋਈ ਸ਼ਰੀਕ ਨਹੀਂ। ਆਪਾਂ ਕਲਮਾ ਪੜ੍ਹਨੇ, ਲਾ ਇਲਾਹਾ ਇल्लल्लाह ਮੁਹੰਮਦ ਰਸੂਲullah। ਅੱਲਾ ਇੱਕ ਹੈ, ਉਹਦਾ ਕੋਈ ਸ਼ਰੀਕ ਨਹੀਂ, बस वही इबादत के लायक है। और हज़रत मोहम्मद सल्लल्लाहु अलैहि वसल्लम अल्लाह के बंदे और रसूल है। दूसरा कलमा पढ़ते वेख लो, तीसरा पढ़ते वेख लो, नमाज पढ़ते वेख लो, सूरत फातिहा पढ़ते वेख लो, कुरान का कोई ऐसी ऐत पढ़ते वेख लो। ठीक है, नबी के नाम से शिरक किया जाता है, बाबिया के नाम से शिरक किया जाता है, अल्लाह के नेक बंदियां के नाम से शिरक किया जा रहा है। अल्लाह के नेक बंदियां के नाम तुम शिरक करते जी। ठीक है, ऐसे लोग कदे फलाह नहीं पा सकते, कदे कामयाब नहीं हो सकते। दुनिया भावें वो कामयाब हो, दौलत उन्होंने कोल आ जाए, शोहरत आ जाए, क्योंकि शैतान के ज़्यादा पैरोकार ये ज़्यादा हैं, इस्लाम की गल करने वाले थोड़े ने। ठीक है, दुनिया भावें तुम कामयाब हो जाओ, आखिरत में कदे कामयाब नहीं हो सकते जी। अगर कुरान के खिलाफ ही चलना है, कुरान की आयतों के खिलाफ ही हदीसां बयान करनियां और आवाज़ तुसीं अगों नहीं उठानी, भावें कोई गलत बयान की जा रहा, सही की जा रहा, तुहानूं गलत रस्ता दिखा रहा है, तुसीं आवाज़ अगों नहीं उठानी, तो मेरा वीर दुनिया ही भावें तुसीं कामयाब हो जाओ, आखिरत विच कोई जगह नहीं होनी। दुनिया 4 दिनां दी। ठीक है, 30-35 साल मेरी उम्र हो गई है। ठीक है, अगां पता नहीं किन्नी होगा, मैनू नहीं पता, की पता मेरी हुणे मौत हो जाए, मैनू ये भी नहीं पता। वो रब बेहतर जानता है। गैब दे इलम अल्लाह कोल है, अल्लाह को सिवा किसे कोल भी नहीं दा। अल्लाह निगहबान है, हर एक ते अल्लाह निगहबान है। तुसीं तां कहंदे कि साडा फलाना बाबा भी साडे ते निगहबान है, फलाना भी निगहबान है, कोई निगहबान नहीं दा, सिर्फ अल्लाह निगहबान है। गैब दा इलम सिर्फ अल्लाह कोल है, अल्लाह के सिवा किसे कोल नहीं। अल्लाह ताला ने कुरान में वाज़िया फरमाया है। और ये ऐसे लोग हैं कि कहते हैं कि साढ़े फलाने कोल भी गैब दे इलम, फलाने कोल भी गैब दे इलम, दस्सण विच यरी शर्म हया नहीं करते, यरी नहीं
ਝਜਕਾਉਂਦੇ, ਕੁਰਾਨ ਦੇ ਖਿਲਾਫ ਹੋਣ ਲੱਗੇ, 1 ਮਿੰਟ ਨਹੀਂ ਲਾਉਂਦੇ। ਤੇ ਈਮਾਨ ਵਾਲਿਓ, ਤੇ ਈਮਾਨ ਨੂੰ ਆਪਣੇ ਜਗਾਓ। ਇਹ ਨਾ ਹੋਵੇ ਕਿ ਦੁਨੀਆ ਵਿੱਚ ਭਾਵੇਂ ਤੁਸੀਂ ਕਾਮਯਾਬ ਹੋ ਜਾਓ, ਆਖਰਤ ਵਿੱਚ ਜਗ੍ਹਾ ਨਹੀਂ ਬਚਣੀ ਜੇ। ਹਾਂ, ਦੁਨੀਆ ਇੱਕ ਧੋਖਾ ਹੈ, ਤੁਹਾਨੂੰ ਵੀ ਪਤਾ ਹੈ ਕਿ ਖ਼ਤਮ ਹੋਣੀ। ਕਿੰਨੇ ਗੁਜ਼ਰ ਗਏ ਔਰ ਕਿੰਨੇ ਆਏ, ਕਿੰਨੇ ਗਏ। ਠੀਕ ਹੈ, ਕਿਸ ਗੱਲ ਦਾ ਫਿਕਰ ਹੈ? ਸਿਰਫ ਇਹ ਹੀ ਕਹਿੰਦੇ ਕਿ ਜਿਹੜਾ ਮਰ ਗਿਆ ਉਹ ਮਰ ਗਿਆ, ਜਿਹੜੇ ਸਾਡੇ ਵਾਸਤੇ ਨਹੀਂ ਮਰਨਾ ਸੀ, ਅਸੀਂ ਤਾਂ ਨਹੀਂ ਮਰਨਾ, ਉਹਨੇ ਹੀ ਮਰਨਾ ਸੀ। ਇਸ ਤਰੀਕੇ ਨਾ ਕਰੋ ਮੇਰਾ ਵੀਰ, ਕੱਲ ਉਹ ਮਰਿਆ ਤੇ ਅੱਜ ਤੁਸੀਂ ਵੀ ਕੱਲ ਨੂੰ ਮਰਨਾ ਹੈ। ਮੌਤ, ਹਰ ਜਾਨਦਾਰ ਚੀਜ਼ ਨੇ ਮੌਤ ਦਾ ਜ਼ਾਇਕਾ ਚਖਣਾ ਹੈ। ਤੁਸੀਂ ਆਪਣੇ ਆਪ ਨੂੰ ਅੱਲਾ ਸੇ ਨਹੀਂ ਬਚਾ ਸਕਦੇ ਜੇ, ਅੱਲਾ ਦੇ ਅਜ਼ਾਬ ਤੋਂ ਨਹੀਂ ਬਚ ਸਕਦੇ ਜੇ। ਤੇ ਮੇਰਾ ਵੀਰ ਇਸੇ ਗੱਲੋਂ ਕਹਿਣਾ ਕਿ ਨਮਾਜ਼ ਔਰ ਸਬਰ ਤੋਂ ਕੰਮ ਲਓ ਔਰ ਏਕ ਅੱਲਾ ਦੀ ਇਬਾਦਤ ਕਰੋ, ਕਿ ਉਹ ਏਕ ਉਹਦਾ ਕੋਈ ਸ਼ਰੀਕ ਨਹੀਂ, ਬਸ ਉਹੀ ਇਬਾਦਤ ਕੇ ਲਾਇਕ ਹੈ। ਔਰ ਇਮਾਮ ਮਹਿੰਦੀ अलैहिस्सलाम ਦੇ ਨਾਲ ਉਹ ਗਰੋਹ ਖੜਾ ਹੋ ਸਕਦਾ ਜਿਹੜਾ ਕੁਰਾਨ ਦੇ ਨਾਲ ਖੜਾ ਹੋਵੇਗਾ, ਕੁਰਾਨ ਦੀ ਆਇਤਾਂ ਦੇ ਨਾਲ ਮੁਹੱਬਤ ਕਰਦਾ ਹੋਵੇ, ਕੁਰਾਨ ਦੀ ਆਇਤਾਂ ਦੀ ਯਕੀਨ ਰੱਖਦਾ ਹੋਵੇਗਾ ਔਰ ਸ਼ੱਕ ਨਹੀਂ ਕਰਦਾ ਹੋਵੇਗਾ। ਉਹ ਗਰੋਹ ਇਮਾਮ ਮਹਿੰਦੀ अलैहिस्सलाम ਦੇ ਨਾਲ ਜਦ ਖਲੋ ਸਕਦਾ। ਤੁਹਾਡੇ ਰੰਗੇ ਨਹੀਂ ਖਲੋ ਸਕਦੇ ਜਿਹੜੇ ਫਿਰਕਿਆਂ ਹੀ ਬਟੇ ਹੋਏ ਨੇ। ਫਿਰਕਿਆਂ ਵਾਲੇ ਕਦੇ ਵੀ ਨਹੀਂ ਜਦ ਖੜੇ ਹੋ ਸਕਦੇ। ਇਹਨਾਂ ਹਮੇਸ਼ਾ ਜ਼ਲੀਲ ਹੀ ਹੋਣਾ। ਠੀਕ ਹੈ, ਕਦੇ ਵੇਖਿਆ ਜੇ ਕਾਫਰਾਂ ਦੀ ਤਾਦਾਦ ਲੱਖਾਂ ਕਰੋੜਾਂ ਦੇ ਲੱਖਾਂ ਦੇ ਹੈਗੇ ਸਨ। ਠੀਕ ਹੈ, ਉਸ ਟਾਈਮ ਵੀ ਕਾਫਰ ਜ਼ਿਆਦਾ ਸਨ ਔਰ ਅੱਜ ਵੀ ਜ਼ਿਆਦਾ ਹੈ। ਉਸ ਟਾਈਮ ਵੀ ਮੁਸਲਮਾਨ ਕਮ ਸਨ ਔਰ ਅੱਜ ਵੀ ਕਮ ਹੈ। ਈਮਾਨ ਵਾਲੇ ਲੋਕ ਅੱਜ ਘੱਟ ਹਨ। ਉਂਝ ਤਾਂ ਪਤਾ ਹੈ ਉਹ ਫਲਾਣਾ ਮੁਲਕ ਵੀ ਮੁਸਲਮਾਨਾਂ ਦਾ, ਫਲਾਣਾ ਵੀ ਮੁਸਲਮਾਨਾਂ ਦਾ, ਫਲਾਣਾ ਵੀ ਮੁਸਲਮਾਨਾਂ ਦਾ। ਔਰ ਯਾਰ ਮੈਂ ਤਾਂ ਉਹਨਾਂ ਮੁਲਕਾਂ ਦੀ ਨਹੀਂ ਗੱਲ ਕਰਦਾ, ਮੈਂ ਤਾਂ ਪਾਕਿਸਤਾਨ ਦੀ ਗੱਲ ਕਰਦਾ ਪਿਆ। ਇਹਨਾਂ 'ਚ ਜਿਹੜੇ ਔਲਮਾ ਕਰਾਮ ਹੈਗੇ ਨੇ ਉਹ ਕੁਰਾਨ ਦੇ ਖਿਲਾਫ ਹਨ। ਆਲਮੇ ਦੀਨ ਜਿਹੜੇ ਹੈਗੇ ਨੇ ਉਹ ਕੁਰਾਨ ਦੇ ਖਿਲਾਫ ਹਨ, ਕੁਰਾਨ ਦੀ ਆਇਤਾਂ ਦੇ ਖਿਲਾਫ ਹਨ, ਹਦੀਸਾਂ ਬਿਆਨ ਕਰਤੀ ਜਾਂਦੇ ਨੇ। ਠੀਕ ਹੈ, ਇਹਨਾਂ ਲੋਕਾਂ ਦਾ ਕੀ ਕਰਨਾ ਹੈ? ਇਹਨਾਂ ਨੂੰ ਕਿਹੜੇ ਪਾਸੇ ਲਿਜਾਣਾ ਹੈ? ਉਹ ਬੋਲੀ ਜਾ ਰਹੇ ਨੇ, ਉਹ ਐਸੀਆਂ ਦਲੀਲਾਂ ਬਿਆਨ ਕਰਦੇ ਜਿਹੜੀ ਤੁਹਾਡੀ ਸੋਚ ਨਹੀਂ ਹੈਗੀ। ਕਿਉਂਕਿ ਤੁਹਾਨੂੰ ਪਤਾ ਉਦੋਂ ਲੱਗ ਸਕਦਾ ਕਿ ਜਦੋਂ ਤੁਸੀਂ ਕੁਰਾਨ ਨੂੰ ਪੜ੍ਹਿਆ ਹੋਵੇਗਾ, ਤਾਂ ਕੁਰਾਨ ਨੂੰ ਸਮਝਿਆ ਹੋਵੇਗਾ, ਤਾਂ ਫਿਰ ਤੁਸੀਂ ਉਹਨੂੰ ਰੋਕ ਸਕਦੇ, ਵਰਨਾ ਤੁਸੀਂ ਰੋਕ ਵੀ ਨਹੀਂ ਸਕਦੇ ਜੀ। ਕਿਸ ਤਰੀਕੇ ਰੋਕੋਗੇ ਜੋ ਤੁਹਾਨੂੰ ਕੁਰਾਨ ਦਾ ਪਤਾ ਹੀ ਨਹੀਂ ਤਾਂ ਕਿਵੇਂ ਰੋਕੋਗੇ? ਤੁਸੀਂ ਉਦੋਂ ਰੋਕ ਸਕਦੇ ਜੇ ਜਦੋਂ ਤੁਹਾਨੂੰ ਅੱਲਾ ਦਾ ਕੁਰਾਨ ਸੁਣਾਇਆ ਜਾਵੇ, ਜਦੋਂ ਤੁਸੀਂ ਅੱਲਾ ਦਾ ਕੁਰਾਨ ਸਮਝੋਗੇ, ਫਿਰ ਤੁਹਾਡੇ ਈਮਾਨ ਅੰਦਰ ਜਾਗੇਗਾ। ਠੀਕ ਹੈ, ਇਹ ਜੇ ਲੋਕ ਨਾ ਬਣੋ ਕਿ ਇੱਕ ਭਰਾ ਕੁਟਿੰਦਾ ਪਿਆ ਤੇ ਦੂਜਾ ਜਨਾਬ ਵੇਖ ਤੇ ਖਲਾ ਕਿ ਯਾਰ ਇਹਦੇ ਰੋਲੇ 'ਚ ਮੈਂ ਨਾ ਫਸਾਂ। ਠੀਕ ਹੈ, ਅਗਰ ਤੁਸੀਂ ਅੱਜ ਉਹਦੇ ਰੋਲੇ 'ਚ ਨਹੀਂ ਫਸੋਗੇ, ਕੱਲ ਨੂੰ ਤੁਹਾਡੇ ਰੋਲੇ 'ਚ ਵੀ ਕੋਈ ਨਹੀਂ ਫਸੇਗਾ। ਇਸਲਾਮ ਮੁਸਲਮਾਨ ਦਾ ਭਾਈ ਹੈ, ਲੇਕਿਨ ਇਹ ਕਿਹੜਾ ਭਾਈ ਹੈ ਜੀ ਇੱਕ ਦੂਜੇ ਦੇ ਖਿਲਾਫ ਹੀ ਟੁਰਿਆ? ਜੋ ਕੁਰਾਨ ਦੇ ਖਿਲਾਫ ਹਨ ਉਹ ਤੇਰੇ ਮੇਰੇ ਭਾਈ ਕਿੱਥੋਂ ਹੋ ਸਕਦੇ ਨੇ? ਜੋ ਅੱਲਾ ਦੇ ਫਰਮਾਨ ਦੇ ਖਿਲਾਫ ਹਨ ਉਹ ਤੇਰੇ ਮੇਰੇ ਭਰਾ ਕਿੱਥੋਂ ਹੋ ਸਕਦੇ ਨੇ? ਉਹ ਕਦੇ ਵੀ ਤੇਰੇ ਮੇਰੇ ਭਰਾ ਨਹੀਂ ਹੋ ਸਕਦੇ, ਉਹ ਦੁਸ਼ਮਣ ਹਨ ਆਪਣੇ। ਤੇ ਜ਼ਰਾ ਗੌਰ ਕਰੋ, ਆਦੀ ਅਕਲ ਦਾ ਥੋੜਾ ਇਲਾਜ ਕਰੋ। ਅਕਲ ਜਨਾਬ ਇਹਦਾ ਇਲਾਜ ਕਰੋ, ਆਪਣੇ ਅੰਦਰ ਝਾਂਕੋ ਕਿ ਅੱਲਾਹ ਤਾਲਾ ਦਾ ਪਾਕ ਕਲਾਮ ਹੈ। ਔਰ ਆਸ਼ਕੇ ਰਸੂਲ ਉਹ ਹੋ ਸਕਦਾ ਹੈ ਜਿਹੜਾ ਅੱਲਾ ਦੇ ਪਾਕ ਕਲਾਮ ਨਾਲ ਮੁਹੱਬਤ ਕਰਦਾ ਹੋਵੇਗਾ, ਉਹਦੀ ਇੱਕ ਇੱਕ ਐਤ ਤੇ ਯਕੀਨ ਰੱਖਦਾ ਹੋਵੇਗਾ, ਉਹ ਆਸ਼ਕੇ ਰਸੂਲ ਹੁੰਦਾ ਹੈ। ਜਿਹੜਾ ਉਹਦੇ ਖਿਲਾਫ ਹਦੀਸਾਂ ਬਿਆਨ ਕਰਦੇ, ਕੁਰਾਨ ਦੇ ਖਿਲਾਫ ਵੀ ਹਦੀਸਾਂ ਬਿਆਨ ਕੀਤੀਆਂ ਜਾ ਰਹੀਆਂ, ਕੁਰਾਨ ਦੀ ਆਇਤਾਂ ਦੇ ਖਿਲਾਫ ਹਦੀਸਾਂ ਬਿਆਨ ਕੀਤੀ ਜਾ ਰਹੇ, ਉਹ ਲੋਕ ਹੀ ਉੱਠ ਕੇ ਕਹਿੰਦੇ ਨੇ ਕਿ ਅਸੀਂ ਆਸ਼ਕੇ ਰਸੂਲ ਹੈ, ਅਸੀਂ ਹੱਕ ਦੇ ਨਾਲ ਖੜੇ ਹਾਂ। ਜਾਂ ਤਾਂ ਜਦੋਂ ਵੀ ਕੋਈ ਜੰਗ ਲੱਗੀ ਜਾਂ ਕੋਈ ਇਹੋ ਜਿਹਾ ਮਸਲਾ ਬਣਿਆ, ਉਹ ਤੋਂ ਪਹਿਲੇ ਭੱਜ ਜਾਣਗੇ, ਕਿਉਂਕਿ ਇਹਨਾਂ ਨੂੰ ਤਾਂ ਆਦੀ ਜਾਨਾਂ ਨਾਲ ਮੁਹੱਬਤ ਹੈ, ਆਦੇ ਆਪ ਨਾਲ ਮੁਹੱਬਤ ਹੈ। ਇਹ ਕਦੇ ਹੱਕ ਦੇ ਨਾਲ ਖੜੇ ਨਹੀਂ ਹੋ ਸਕਦੇ। ਇਹ ਮੁਨਾਫਿਕ ਲੋਕ ਹਨ, ਇਹ ਮੁਨਾਫਿਕਾਂ ਦੀ ਨਿਸ਼ਾਨੀਆਂ ਨੇ। ਹੱਕ ਦੇ ਨਾਲ ਉਦੋਂ ਉਹ ਹੀ ਇਨਸਾਨ ਖੜਾ ਹੋ ਸਕਦਾ ਹੈ ਜਿਹੜਾ ਕੁਰਾਨ ਦੀ ਇੱਕ ਇੱਕ ਆਇਤ ਨਾਲ ਮੁਹੱਬਤ ਕਰਦਾ ਹੋਵੇਗਾ।
ਉਹਦਾ ਸੀਨਾ अल्लाह ताला साफ करता है कि ਜਿਹੜਾ ईमान ਤੇ ਖੜਾ ਹੋਏਗਾ अल्लाह ਦਾ कुरान समझेगा और अल्लाह ਦੇ कुरान ਦੇ खिलाफ कोई फैसला ना होवन देगा वो ईमान वाला होएगा दूजे ईमान वाले नहीं हो सकते तो मेरा वीर कोई खुदा दा खौफ खाओ ये जिंदगी वैसे भी खत्म होनी वैसे भी खत्म होना ये नहीं कि भावें तुसीं शैतान ਦਾ ਸਾਥ ਦਿੱਤੀ ਰੱਖੋ ਯਜ਼ੀਦ ਦਾ ਸਾਥ ਦਿੱਤੀ ਰੱਖੋ ਫਿਰੌਨ ਦਾ ਸਾਥ ਦਿਓ ਤੇ ਤੁਹਾਡੇ ਵਾਸਤੇ ਜ਼ਿੰਦਗੀ ਜਨਾਬ ਖਤਮ ਨਹੀਂ ਹੋਣੀ ਮਰਨਾ ਤੁਸੀਂ ਫਿਰ ਵੀ मरना है और एक अल्लाह की इबादत करोगे फिर भी मरना है अल्लाह ने अगर जो अल्लाह के फैसले ते मरोगे अल्लाह के हक की खातर मरोगे तो अल्लाह ताला तुहाडे वास्ते जन्नत में घर बनाए जन्नत बनाई है शैतान का राह वेखोगे उनके रस्ते से चलोगे फिर दोज़ख हैगी अल्लाह के बंदे कबर दोज़ख के गढ़ां विच गढ़ भी हैगी ते जन्नत के बागां विच बाग भी हैगी हुण तुसीं आप ही फैसला कर लो कि कुरान के खिलाफ हो तो जनाब दोज़ख के गढ़ां विच गढ़ लेना चाहते जे कि कुरान की फर्मा बरदारी कर ते जन्नत के बागां विच बाग लेना चाहते जे ये हुण तुहाडे ते आप खुद डिपेंड है तो कोई खुदा दा खौफ खाओ मेरी वीडियो ना ज़्यादा से ज़्यादा शेयर किया करो मैं कल भी एक वीडियो पाई है लेकिन वो वीडियो कि नहीं 4-5 व्यूज़ लै तो बस उस तो अगे नहीं गई तो मेरा वीर जे अगर तुम खुद नहीं बोल सकते जे ताकि मेरी आवाज़ अगर अपनाओ मेरी आवाज़ अगे अपनाई करो ना शेयर की करो अपने दोस्तों तक जे तुम मेरी आवाज़ नहीं अपनाना चाहते जे तो फिर आधी आवाज़ अपनाओ आप कुरान वेखो और फिर समझो और फिर लोगों को समझाओ ये इस्लाम है मेरा वीर इन्नी मजाक वाली गल नहीं थी अगर कोई शैतानी वीडियो पावन केड़ियां शैतानी वीडियो आंदियां ने यकीन जानियो कोई मिलियन तो बिलियन तो ओह कित्थे अपनी होंदी इस्लामी वीडियो जदों दी मैं वीडियो पानी शुरू की मेरी वीडियो व्यूज़ ही नहीं मिले वो व्यूज़ इसलिए नहीं मिले क्योंकि जो हक की गल करो हक की गल कोई सुनता ही नहीं उही तो कह देंगे असीं आशिके रसूल है असीं फलाने वो आशिके रसूल तुसीं उदों बनोगे जो अल्लाह के पाक कलाम नाल मुहब्बत करोगे अल्लाह के पाक कलाम की यकीन रखोगे अल्लाह का डर तुहाडे सीने पैदा होएगा अपने अंदर अल्लाह का डर और खौफ पैदा करो और इनू मजबूत करो डर नू अल्लाह का डर नू ताकि तुसीं कोई भी ऐसा काम होने लगे तो तुसीं डर जाओ कि अल्लाह वेंदा पिया और तुसीं गलत काम कदे भी ना करो ठीक है तुहानू अल्लाह का डर ही तुहानू सीधा रस्ते तुसीं जा सकदे जे अल्लाह का डर तुहाडे सीने च है तां और अल्लाह ते यकीन है तां जे अगर यकीन नहीं डर नहीं खौफ अल्लाह का खौफ नहीं सीने रखना मुड़ मेरा वीर इस तरीके जलील होवोगे दुनिया भावें तुसीं कामयाब हो जाओ ठीक है पैसा आ जाए तुहाडे कोल दौलत आ जाएगी सारा कुछ आ जाएगा ठीक है अल्लाह ने कदे काफरां नूं तो बहुता पैसा दिता है काफरां कोल तो बहुत ही जायदाद है ठीक है ताकि वो आदि दौलत विच आदि इन्हां चीज़ां च ही मुतला रहन क्योंकि जेड़ा रस्ता तुसीं मंगोगे तुहानू वो रस्ता मिल जाएगा दुनिया ते शैतान का रस्ता मंगोगे तो शैतान का रस्ता मिल जाएगा और एक खुदा का रस्ता मंगोगे तो एक खुदा का रस्ता मिल जाएगा हुण तुसीं खुद वेख लो तुहानू रस्ता केड़ा चाहीदा है तुहानू वो जेड़े रस्ते से चलना चाहते वो रस्ते का फैसला हुण तुसीं खुद आप करना है कि मैं जिहड़ी गल करदा पिया आशिके रसूल वो है जिहड़ा कुरान नाल मुहब्बत करदा है और दूजा आशिके रसूल नहीं हो सकदा दूजा हुसैन नाल मुहब्बत करन नाल कदी भी नहीं हो सकदा ज़बान नाल भावें लख आखी जावे जिहड़ा कुरान दी आयतां दे खिलाफ है कुरान दे जेह्ड़ा कुरान नाल मुहब्बत नहीं कर सकदा वो आशिके रसूल कैसे हो सकदा है वो हुसैन नूं मन्नण वाला कैसे हो सकदा है हुसैन नूं हसन नूं मन्नण वाला किवें हो सकदा जेह्ड़ा कुरान नाल मुहब्बत नहीं करदा जेह्ड़ा कुरान दी आयतां नाल मुहब्बत करदा
ਉਹ ਸਾਰੇ ਅੱਲਾ ਦੇ ਨੇਕ ਬੰਦਿਆਂ ਨਾਲ ਮੁਹੱਬਤ ਕਰਦੇ ਨੇ। ਜਿਹੜਾ ਕੁਰਾਨ ਦੀਆਂ ਆਇਤਾਂ ਦੇ ਖਿਲਾਫ ਚੱਲਦੇ ਨੇ ਉਹ ਭਾਵੇਂ ਆਪਦੇ ਆਪ ਨੂੰ ਜੋ ਮਰਜ਼ੀ ਆਖਦੇ, ਫਿਰ ਉਹਨੂੰ ਅੱਲਾ ਤਾਲਾ ਅੱਲਾ ਬਿਹਤਰ ਜਾਣਦਾ, ਅੱਲਾ ਦਿਲਾਂ ਦੇ ਰਾਜ਼ ਜਾਣਦਾ ਹੈ। ਠੀਕ ਹੈ, ਜੋ ਆਪਣੇ ਦਿਲਾਂ ਵਿੱਚ ਹੈ, ਜੋ ਆਪਾਂ ਜੋ ਸੋਚ ਰਹੇ ਹੈ, ਜੋ ਕਰ ਰਹੇ ਹੈ, ਉਹ ਅੱਲਾ ਜਾਣਦਾ ਹੈ। ਅੱਲਾ ਇੱਕ ਹੈ, ਉਹਦਾ ਕੋਈ ਸ਼ਰੀਕ ਨਹੀਂ, ਬਸ ਉਹੀ ਇਬਾਦਤ ਕੇ ਲਾਇਕ ਹੈ। ਤੇ ਅੱਲਾ ਦੇ ਬੰਦਿਓ, ਇੱਕ ਅੱਲਾ ਦੀ ਇਬਾਦਤ ਕਰਨੀ, ਕਿਸੇ ਗੈਰ ਦੀ ਨਹੀਂ ਕਰਨੀ। ਔਰ ਅੱਲਾ ਦਾ ਕੁਰਾਨ ਜਿੱਥੋਂ ਮਨਾ ਕਰਦਾ ਪਿਆ ਉੱਥੋਂ ਰੁਕ ਜਾਓ, ਛੱਡ ਦਿਓ ਸ਼ਿਰਕ ਦੇ ਅੱਡੇ, ਛੱਡ ਦਿਓ ਮੇਰਾ ਵੀਰ। ਇਹ ਤੁਹਾਡੇ ਵਾਸਤੇ ਅਜ਼ਾਬ ਬਣ ਜਾਏਗਾ ਕਿਆਮਤ ਵਾਲੇ ਦਿਨ। ਠੀਕ ਹੈ, ਜਜ਼ਾਕ ਅੱਲਾ ਜੀ।